Good morning, students. On Monday we have on Tuesday we have start second chapter acids, bases, and salts. So we discussed in previous video what are acids. They are sour in taste. Bases, they are bitter in taste, and we also discussed yesterday. How can we identify whether a substance acidic or basic? So there are so many indicators which are exist in nature as well as we prepare in a lab. So natural indicators are like a litmus solution or a synthetic indicator like a methyl orange, phenolphthalein, turmeric, litmus solution, red cabbage. So these all are the natural indicators. Also we learn about olfactory indicators which helps to determine whether a substance acidic or basic by changing the odor. By changing the odor means smell change होती है. So they are called olfactory indicator like a vanilla, onion or clove oil. So these are called olfactory indicators. So in this video we will discuss the next topic 2.1.2. How do acids and bases react with the metals? Metals ਦੇ ਨਾਲ ਸਾਡੇ ਕੋਲ acids ਤੇ bases ਕਿਵੇਂ react ਕਰਦੇ ਨੇ, ਕਿਵੇਂ reaction ਹੁੰਦੀ ਆ, ਕੀ ਹੁੰਦਾ when we put acid on metal or base on metal. So let us perform an activity. So take about a 5 ml of dilute sulfuric acid whose formula is H2SO4. I repeat again, dilute means maximum quantity water ਦੀ ਹੈ, strong acid नहीं है, medium है ਸਾਡੇ ਕੋਲ. In a test tube, add a few pieces of zinc granules to it. Zinc granule means छोटे छोटे टुकड़े zinc दे, metal दे छोटे छोटे टुकड़े. So what do you observe on the surface of zinc granule? ਜਦੋਂ ਤੁਸੀਂ 5 ml dilute sulfuric acid test tube ਲਿਆ, ਉਹਦੇ ਚ zinc granules ਪਾਏ, ਆ ਦੇਖੋ, ਤੇ ਸਾਡੇ ਕੋਲੇ ਕੀ observe ਕੀਤਾ? Pass the gas evolved through a soap solution. ਇੱਥੋਂ ਜਦੋਂ ਅਸੀਂ ਡਿਲਿਊਟ ਸਲਫਿਊਰਿਕ ਐਸਿਡ ਦਾ ਟੈਸਟ ਟਿਊਬ 'ਚ ਪਾ ਲਿਆ, ਉਹਦੇ ਉੱਪਰ ਕੋਰਕ ਲਗਾਇਆ ਹੋਇਆ, ਪਾਈਪ ਲਾ ਕੇ ਸੋਪ ਸੋਲਿਊਸ਼ਨ ਦੇ ਵਿੱਚ ਪਾਈ ਹੋਈ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ. ਅਸੀਂ ਉਸ ਤੋਂ ਬਾਅਦ ਜਿੰਕ ਗ੍ਰੈਨੂਲਸ ਪਾਏ, ਕੀ ਹੋਇਆ? ਡਿਲਿਊਟ ਸਲਫਿਊਰਿਕ ਐਸਿਡ ਜਿੰਕ ਗ੍ਰੈਨੂਲਸ ਨਾਲ ਰਿਐਕਟ ਕੀਤਾ ਤੇ ਸਾਡੇ ਕੋਲ ਬਬਲਸ ਬਣੇ ਗੈਸ ਦੇ. ਉਹ ਗੈਸ ਦੇ ਬਬਲਸ ਅਸੀਂ ਇਸ ਡਿਲੀਵਰੀ ਟਿਊਬ ਦੇ ਥਰੂ ਸੋਪ ਸੋਲਿਊਸ਼ਨ 'ਚ ਹੀ ਪਾਸ ਆਊਟ ਕਰਦੇ ਤੇ ਅਸੀਂ ਉਹਦੇ ਨੇੜੇ ਬਰਨਿੰਗ ਕੈਂਡਲ ਲੈ ਕੇ ਗਏ ਜਿਹਨੇ ਸਾਨੂੰ ਪੌਪ ਸਾਊਂਡ ਜਿਹੜੀ ਹੈਗੀ ਆ ਦਿੱਤੀ, ਜਾਣੀ ਵਿਗਰਸਲੀ ਉਹਦੀ ਜਿਹੜੀ ਫਲੇਮ ਆ ਉਹ ਬਰਨ ਕਰਨ ਲੱਗ ਗਈ. ਇਟ ਮੀਨਸ ਜਿਹੜੀ ਉਹ ਗੈਸ ਆ ਉਹ ਹਾਈਲੀ ਇਨਫਲੇਮੇਬਲ ਨੇਚਰ ਆ. ਮੀਨਸ ਕਿਹੜੀ ਗੈਸ ਆ? ਹਾਈਡਰੋਜਨ ਗੈਸ ਆ. ਕਿਹੜੀ ਗੈਸ ਆ? ਹਾਈਡਰੋਜਨ ਗੈਸ. ਸੋ ਵਾਈ ਦੀ ਬਬਲਸ ਫਾਰਮਡ ਇਨ ਦਾ ਸੋਪ ਸੋਲਿਊਸ਼ਨ? ਕਿਉਂਕਿ ਗੈਸ ਰਿਲੀਜ਼ ਹੋਈ ਸੀ. ਟੇਕ ਅ ਬਰਨਿੰਗ ਕੈਂਡਲ ਨੀਅਰ ਅ ਗੈਸ ਫਿਲਡ ਬਬਲਸ, ਇੱਥੇ ਲੈ ਕੇ ਚੱਲੋ. ਵਟ ਡੂ ਓਬਜ਼ਰਵ? ਇਟ ਵਿਗਰਸਲੀ ਬਰਨ, ਇਟ ਪ੍ਰੋਡਿਊਸ ਅ ਪੌਪ ਸਾਊਂਡ, ਕਿਉਂਕਿ ਜਿਹੜੀ ਹਾਈਡਰੋਜਨ ਗੈਸ ਆ ਦੈਟ ਇਜ਼ ਹਾਈਲੀ ਇਨਫਲੇਮੇਬਲ, ਬਹੁਤ ਛੇਤੀ ਅੱਗ ਨੂੰ ਫੜਦੀ ਹੈ ਸਾਡੇ ਕੋਲ. ਸੋ ਇਸੇ ਤਰ੍ਹਾਂ ਰਿਪੀਟ ਕਰੋ ਐਕਟੀਵਿਟੀ HCl, ਨਾਈਟ੍ਰਿਕ ਐਸਿਡ ਔਰ ਐਸਟਿਕ ਐਸਿਡ ਦੇ ਨਾਲ, ਕੀ ਸੇਮ ਵੇ ਦੇ ਨਾਲ ਰਿਐਕਟ ਕਰਦੇ ਜਾਂ ਡਿਫਰੈਂਟ ਵੇ ਦੇ ਨਾਲ? ਨਹੀਂ, HCl ਦੇ ਨਾਲ ਪ੍ਰੋਪਰਲੀ ਉਸ ਵੇ ਦੇ ਨਾਲ ਉਨੀ ਜ਼ਿਆਦਾ ਸਟਰੋਂਗਲੀ ਨਹੀਂ ਰਿਐਕਟ ਕਰਨਗੇ ਜਿੰਨੀ ਸਟਰੋਂਗਲੀ ਸਲਫਿਊਰਿਕ ਐਸਿਡ ਨੇ. ਇਹਨਾਂ ਦੋਨਾਂ ਨਾਲ ਕਰੂਗਾ ਬਟ ਇਹ ਤੁਹਾਡੇ ਕੋਲ ਵੀਕ ਐਸਿਡ ਉਨੀ ਐਕਸਟੈਂਟ ਦੇ ਨਾਲ ਇਹ ਰਿਐਕਟ ਨਹੀਂ ਕਰੂਗਾ. ਕਲੀਅਰ? ਆਈ ਰਿਪੀਟ ਕਿ ਅਸੀਂ ਐਕਟੀਵਿਟੀ 'ਚ ਕੀ ਕੀਤਾ? ਇੱਕ ਟੈਸਟ ਟਿਊਬ ਲਈ ਸਟੈਂਡ ਦੇ ਨਾਲ ਅਟੈਚ ਕੀਤੀ, ਉਹਦੇ 'ਚ ਡਿਲਿਊਟ ਸਲਫਿਊਰਿਕ ਐਸਿਡ ਕਿੰਨਾ ਲਿਆ? 5 ml. ਤੇ ਉਸ ਤੋਂ ਬਾਅਦ ਮੈਂ ਜਿੰਕ ਗ੍ਰੈਨੂਲ ਮੀਨਸ ਛੋਟੇ ਛੋਟੇ ਪੀਸਸ ਜਿੰਕ ਦੇ ਪਾਤੇ, ਇੱਕ ਕੋਰਕ ਲਗਾਇਆ ਤੇ ਉਹਦੇ ਵਿੱਚ ਡਿਲੀਵਰੀ ਟਿਊਬ ਫਿੱਟ ਕਰਕੇ ਇੱਕ ਸੋਪ ਸੋਲਿਊਸ਼ਨ ਕੰਟੇਨਰ ਜਿਹਦੇ 'ਚ ਸਾਬਣ ਵਾਲਾ ਪਾਣੀ ਪਾਇਆ ਹੋਇਆ ਉਹ ਲਿਆ, ਉਹਦੇ 'ਚੋਂ ਡਿਲੀਵਰੀ ਟਿਊਬ ਜਿਹੜੀ ਪੁੱਟ ਕਰਤੀ. ਉਸ ਤੋਂ ਬਾਅਦ ਕੀ ਹੋਇਆ? ਥੋੜ੍ਹੀ ਦੇਰ ਬਾਅਦ ਰਿਐਕਸ਼ਨ ਸਟਾਰਟ ਹੋਈ, ਇੱਥੋਂ ਬਬਲਸ ਬਣਨੇ ਸਟਾਰਟ ਹੋਏ ਸਾਡੇ ਕੋਲੇ. ਉਹ ਬਬਲਸ ਹੁਣ ਗੈਸ ਆ, ਗੈਸ ਨੇ ਤਾਂ ਉੱਪਰ ਨੂੰ ਜਾਣਾ ਕਿਉਂਕਿ ਵੋਲਾਟਾਈਲ ਕੰਪੋਨੈਂਟ ਆ, ਮੀਨਸ ਈਜ਼ੀਲੀ ਉੱਡਦੀ ਆ ਉਹ. ਸੋ ਇਸ ਡਿਲੀਵਰੀ ਟਿਊਬ ਦੇ ਵਿੱਚ ਦੀ ਜਾ ਕੇ ਸੋਪ ਦੇ ਵਿੱਚ ਆਈ. ਹੁਣ ਜਦੋਂ ਅਸੀਂ ਵੈਸੇ ਇੱਕ ਪਾਈਪ ਦੇ ਨਾਲ ਪਾਣੀ ਦੇ ਵਿੱਚ ਫੂਕ ਮਾਰਦੇ ਹਾਂ ਤਾਂ ਬਬਲਸ ਬਣਦੇ ਨੇ. ਸੋ ਉਸ ਟਾਈਪ ਦੇ ਸਾਡੇ ਕੋਲੇ ਜਦੋਂ ਗੈਸ ਰਿਲੀਜ਼ ਹੋਈ ਤਾਂ ਬਬਲਸ ਬਣਨੇ ਸ਼ੁਰੂ ਹੋਏ. ਉਸ ਬਬਲਸ ਨੂੰ ਅਸੀਂ ਗੈਸ ਨੂੰ ਆਇਡੈਂਟੀਫਾਈ ਕਰ ਲਈ, ਇੱਕ ਬਰਨਿੰਗ ਕੈਂਡਲ ਨੇੜੇ ਲੈ ਕੇ ਗਏ. ਉਹ ਬਰਨਿੰਗ ਕੈਂਡਲ ਦੀ ਜਿਹੜੀ ਫਲੇਮ ਹੈ ਉਹ ਪੌਪ ਸਾਊਂਡ ਨਾਲ ਬਰਨ ਹੋਣੀ ਸ਼ੁਰੂ ਹੋ ਗਈ, ਜਾਣੀ ਵਿਗਰਸਲੀ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜੀ ਅੱਗ ਉਹ ਪਟ ਗਈ. ਸੋ ਉਹ ਕਿਹੜੀ ਗੈਸ ਹੋਈ? ਜਿਹੜੀ ਹਾਈਲੀ ਇਨਫਲੇਮੇਬਲ ਹੈ, ਦੈਟ ਇਜ਼ ਹਾਈਡਰੋਜਨ ਗੈਸ. ਸੋ ਇਸ ਵੇ ਦੇ ਨਾਲ ਸਾਡੇ ਕੋਲ ਜਿਹੜਾ ਐਸਿਡ ਆ ਉਹ ਰਿਐਕਟ ਕੀਤਾ. ਸੇਮ ਹੀ HCl ਕਰੂਗਾ, ਸੇਮ ਹੀ HNO3, ਬਟ ਐਸਟਿਕ ਐਸਿਡ ਦੇ ਨਾਲ ਥੋੜੀ ਜਿਹੀ ਰਿਐਕਸ਼ਨ ਸਲੋ ਹੋਊਗੀ. ਸੋ ਨੈਕਸਟ ਕੇਸ ਕੀ ਉਹ ਕਹਿੰਦਾ, ਨੋਟ ਦੈਟ ਦੀ ਮੈਟਲ ਇਨ ਦਾ ਅਬਵ ਰਿਐਕਸ਼ਨ ਡਿਸਪਲੇਸ ਹਾਈਡਰੋਜਨ ਫਰੋਮ ਐਸਿਡ. ਸੋ ਮੈਟਲ ਨੇ ਕੀ ਕੀਤਾ? ਹਾਈਡਰੋਜਨ ਗੈਸ ਨੂੰ ਡਿਸਪਲੇਸ ਕਰਤਾ.
this is seen as a hydrogen gas. So the metal combines with this remaining part of acid and form a compound salt. ਹੁਣ ਹਾਈਡਰੋਜਨ ਤਾਂ ਡਿਸਪਲੇਸ ਕਰਤੀ ਉਹਨੇ ਸਾਡੇ ਕੋਲੇ ਐਸਿਡ ਤੋਂ, ਬਟ ਪਿੱਛੇ ਇੱਕ ਕੰਪਾਊਂਡ ਬਣ ਗਿਆ, ਉਸ ਕੰਪਾਊਂਡ ਨੂੰ ਅਸੀਂ ਕੀ ਕਹਤਾ, ਸੌਲਟ. ਸੋ ਦਸ ਦੀ ਰਿਐਕਸ਼ਨ ਆਫ ਅ ਮੈਟਲ ਵਿਦ ਐਨ ਐਸਿਡ ਕੈਨ ਬੀ ਸਮਰਾਈਜ਼ਡ ਐਜ਼ ਐਸਿਡ ਪਲਸ ਮੈਟਲ. ਇਹ ਦੋਨੇ ਚੀਜ਼ਾਂ ਅਸੀਂ ਪਾਈਆਂ ਸੀ ਟੈਸਟ ਟਿਊਬ 'ਚ. ਇਟ ਵਿਲ ਗਿਵ ਸੌਲਟ ਪਲਸ ਹਾਈਡਰੋਜਨ ਗੈਸ. ਕਿਹੜੀ ਗੈਸ ਪ੍ਰੋਡਿਊਸ ਕੀਤੀ, ਹਾਈਡਰੋਜਨ ਗੈਸ. ਉਹ ਕਹਿੰਦਾ ਕਿ can you write the equations of the reaction for above reaction? Yes, we write here zinc granules solid plus H2SO4 aqueous, ये dilute कह लो, dilute लिख लो थे DLI. it will give, इस वे दे नाल भी रिएक्शन लिख सकते हो, जिंक सल्फेट ये साडे को aqueous बन गया प्लस H2, ये साडे को गैस रिलीज हुई है. इस तरह असी उपर नूं एरो मारते हैं जे गैस रिलीज हो. सो दिस इज अ रिएक्शन विच प्रोसीड इन एक्टिविटी 2.3. नेक्स्ट वी प्रोसीड द एक्टिविटी विद बेस. सो प्लेस अ फ्यू पीसेज ऑफ ग्रेनुलेटेड जिंक मेटल इन अ टेस्ट ट्यूब. एड अ 2 ml of sodium hydroxide NaOH and warm the content of a test tube. ये बेस आ साडे को. So repeat the rest of the activity उमें. So in this reaction it take place written as follow. ये भी साडे को same way दे नाल react कीती. It produce a salt plus which gas, hydrogen gas. Sodium hydroxide react with the zinc to produce salt sodium zincate along with which gas, H2, hydrogen gas. केड़ी gas, hydrogen gas. So you find again that hydrogen is formed in this reaction. Yes, but such reactions are not possible with all metals. सारिया metals जरूरी नहीं है एसिड ਜਾਂ बेस ਦੇ ਨਾਲ हाइड्रोजन गैस प्रोड्यूस ਕਰਨ, और डिपेंड करता ਉਹਨਾਂ ਦੀ रिएक्टिविटी ਤੇ. क्लियर? So what happen when acid and bases react with metals? When acid or base react with the metal to form a salt plus hydrogen gas. So acid ਦੀ ਜਗ੍ਹਾ ਜੋ acid ਤੁਸੀਂ यूज़ ਕੀਤਾ ਉਹ ਲਿਖੋਗੇ, ਮੈਟਲ ਦੀ ਜਗ੍ਹਾ ਜੋ ਤੁਸੀਂ ਮੈਟਲ ਯੂਜ਼ ਕੀਤੀ ਉਹ ਲਿਖੋਗੇ, ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਸੌਲਟ ਬਣੂਗਾ ਤੇ ਗੈਸ ਕਿਹੜੀ ਰਿਲੀਜ਼ ਹੋਗੀ, ਹਾਈਡਰੋਜਨ. ਐਂਡ ਹਾਊ ਕੈਨ ਯੂ ਆਇਡੈਂਟੀਫਾਈ ਦੀ ਰਿਲੀਜ਼ਿੰਗ ਗੈਸ ਇਜ਼ ਹਾਈਡਰੋਜਨ? ਬਾਈ ਵਿਦ ਦੀ ਹੈਲਪ ਆਫ ਬਰਨਿੰਗ ਕੈਂਡਲ. ਵਿਦ ਦੀ ਹੈਲਪ ਆਫ ਬਰਨਿੰਗ ਕੈਂਡਲ. ਸੋ ਬਰਨਿੰਗ ਕੈਂਡਲ ਜਦੋਂ ਲੈ ਕੇ ਜਾਵਾਂਗੇ ਉਹ ਸਾਡੇ ਕੋਲ ਵਿਗਰਸਲੀ ਬਰਨ ਕਰੂਗੀ, ਕਿਉਂਕਿ ਜਿਹੜੀ ਹਾਈਡਰੋਜਨ ਗੈਸ ਆ ਉਹ ਹਾਈਲੀ ਇਨਫਲੇਮੇਬਲ ਨੇਚਰ. ਕਲੀਅਰ? So next topic is how do metal carbonates and metal hydrogen carbonates react with acid? कि metal ਦੇ carbonates ਤੇ metal ਦੇ hydrogen carbonate, or it is also called bicarbonates. ਕੀ ਬੋਲਦੇ ਆ, bicarbonates. You learn this in 9th class. So acids ਦੇ ਨਾਲ ਕਿਵੇਂ react ਕਰਦੇ, ਇੱਥੇ base word ਨਹੀਂ ਲਿਖਿਆ ਹੋਇਆ, acid ਹੀ ਲਿਖਿਆ ਹੋਇਆ. So activity 2.5. Take 2 test tubes. 2 test tube ਲੈਣੀਆਂ, label A and B. A ਤੇ B ਉਹਨਾਂ ਦੇ ਉੱਪਰ label ਕਰ ਦੋ. ਕਹਿੰਦਾ take about a 0.5 gram of sodium carbonate Na2CO3 in a test tube A. A test tube ਦੇ ਵਿੱਚ ਤੁਸੀਂ sodium carbonate ਲਿਆ and about same quantity 0.5 gram of sodium hydrogen carbonate or sodium bicarbonate in test tube B. ਦੂਸਰੀ test tube ਦੇ ਵਿੱਚ ਲਿਆ ਅਸੀਂ. ਉਹ ਕਹਿੰਦਾ ਐਡ 2 ml of dilute HCl to both the test tubes. ਦੋਨਾਂ ਦੇ ਵਿੱਚ dilute hydrochloric acid HCl ਪਾਉਣਾ ਹੈ. what do you observe? ਸੋ ਇਹ ਸਾਡੇ ਕੋਲ ਟੈਸਟ ਟਿਊਬ A ਹੈ, ਜਿਹਦੇ 'ਚ ਅਸੀਂ ਸੋਡੀਅਮ ਕਾਰਬੋਨੇਟ ਲਿਆ ਤੇ ਉਹਦੇ ਵਿੱਚ ਮੈਂ ਕੀ ਫਿਲ ਕੀਤਾ, dilute HCl. ਇਹ 0.5 ਗ੍ਰਾਮ ਸੋਡੀਅਮ ਹਾਈਡਰੋਜਨ ਹੈ. ਉੱਪਰ ਮੈਂ ਕੀ ਲਾਇਆ ਹੋਇਆ, ਇੱਥੇ ਸਟਿਲ ਫਨਲ ਹੈ ਜਿਹਦੇ ਥਰੂ ਅਸੀਂ HCl ਐਡ ਕੀਤਾ. ਸੋ ਇੱਥੇ ਕੋਰਕ ਲੱਗਿਆ ਹੋਇਆ, ਉਹਦੇ ਥਰੂ ਅਸੀਂ ਜਿਹੜੀ ਕਿ ਕੰਡੈਂਸ ਡਿਲੀਵਰੀ ਟਿਊਬ ਰੱਖੀ ਹੋਈ ਹੈ ਤੇ ਉਹਨੂੰ ਇੱਕ ਨਾਲ ਟੈਸਟ ਟਿਊਬ ਅਟੈਚ ਕੀਤੀ ਹੈ. ਤੇ ਇਸ ਟੈਸਟ ਟਿਊਬ ਦੇ ਵਿੱਚ ਕੀ ਹੈ, ਕੈਲਸ਼ੀਅਮ ਹਾਈਡਰੋਕਸਾਈਡ ਸੋਲੂਸ਼ਨ ਹੈ, ਲਾਈਮ ਵਾਟਰ ਹੈ. ਕਿਹੜਾ, ਲਾਈਮ ਵਾਟਰ ਹੈ. ਸੋ ਵੈਨ this sodium carbonate react with HCl, it produce what type of gas, carbon dioxide. ਉਹ ਕਾਰਬਨ ਡਾਈਆਕਸਾਈਡ ਜਦੋਂ ਇੱਥੋਂ ਪਾਸ ਕੀਤੀ, ਇਸ ਕੈਲਸ਼ੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ ਕੀਤੀ, ਉਹਨੇ ਸਾਡੇ ਕੋਲ ਮਿਲਕੀ ਕਰਤਾ ਸੋਲੂਸ਼ਨ. ਇਹ ਵਾਲਾ ਸੋਲੂਸ਼ਨ ਉਹਨੇ ਕੀ ਕਰਤਾ, ਮਿਲਕੀ ਕਰਤਾ. ਮਿਲਕੀ ਮੀਨਸ ਦੁੱਧੀ ਹੈ. ਸੋ ਹੁਣ ਅਸੀਂ ਰਿਐਕਸ਼ਨ ਦੇਖਦੇ ਹਾਂ. ਸੋ ਟੈਸਟ ਟਿਊਬ A, ਸੋਡੀਅਮ ਕਾਰਬੋਨੇਟ ਸੀਗਾ ਸਾਡੇ ਕੋਲ ਸੋਲਿਡ ਆ ਵਾਲਾ, HCl ਅਸੀਂ ਇਹਦੇ ਵਿੱਚ ਪਾਇਆ. ਸੋ ਕੀ ਬਣਿਆ, ਸੌਲਟ. ਇਹ ਸਾਡੇ ਕੋਲ ਟੈਸਟ ਟਿਊਬ ਦੇ ਵਿੱਚ ਹੀ ਰਹਿ ਗਿਆ, ਵਾਟਰ ਵੀ ਟੈਸਟ ਟਿਊਬ 'ਚ ਹੀ ਰਹਿ ਗਿਆ. ਜਿਹੜੀ ਇਹ ਗੈਸ ਹੈ
ਇਹ ਰਿਲੀਜ਼ ਹੋ ਗਈ ਕਿਉਂਕਿ ਵੋਲਾਟਾਈਲ ਕੰਪੋਨੈਂਟ ਆ, ਗੈਸ ਆ, ਤੇ ਉਹਨੇ ਉੱਡਣਾ ਹੀ ਉੱਡਣਾ। ਸੋ ਉਹ ਡਿਲੀਵਰੀ ਟਿਊਬ ਦੇ ਵਿੱਚ ਦੀ ਜਾ ਕੇ ਦੂਸਰੀ ਟੈਸਟ ਟਿਊਬ ਦੇ ਵਿੱਚ ਅਸੀਂ ਕਾਹਤੋਂ ਪਾਸ ਆਊਟ ਕੀਤੀ, ਤਾਂ ਕਿ ਅਸੀਂ ਆਇਡੈਂਟੀਫਾਈ ਕਰ ਸਕੀਏ ਕਿ ਕਿਹੜੀ ਗੈਸ ਰਿਲੀਜ਼ ਹੋਈ ਹੈ। ਸੋ ਵੈਨ ਵੀ ਪਾਸ ਕਾਰਬਨ ਡਾਈਆਕਸਾਈਡ ਗੈਸ ਥਰੂ ਲਾਈਮ ਵਾਟਰ ਇਟ ਬਿਕਮਸ ਮਿਲਕੀ, ਉਹ ਦੁਧੀਆ ਹੋ ਜਾਂਦਾ। ਕਿਉਂ? ਕਿਉਂਕਿ ਉਹ ਕੈਲਸ਼ੀਅਮ ਕਾਰਬੋਨੇਟ ਬਣ ਜਾਂਦਾ, ਵਾਈਟ PPT ਬਣ ਜਾਂਦੇ। ਪਹਿਲੇ ਚੈਪਟਰ 'ਚ ਅਸੀਂ ਪੜ੍ਹਿਆ ਸੀ ਕਿ ਵਾਈਟ ਵਾਸ਼ਿੰਗ ਵਾਲਸ ਆ ਜਿਹੜੀਆਂ ਉਹ ਆਫਟਰ 2 or 3 days ਸ਼ਾਈਨੀ ਹੋ ਜਾਂਦੀ ਹੈ, ਕਿਉਂਕਿ ਕੈਲਸ਼ੀਅਮ ਕਾਰਬੋਨੇਟ ਦੀ ਲੇਅਰ ਬਣ ਜਾਂਦੀ ਹੈ, ਕਿਉਂਕਿ ਉਹ ਅਬਜ਼ੌਰਬ ਕਰਦੀਆਂ ਨੇ ਕਾਰਬਨ ਡਾਈਆਕਸਾਈਡ। ਸੇਮ ਵੇ ਦੇ ਨਾਲ ਹੀ ਸਾਡੇ ਕੋਲ ਜੇ ਅਸੀਂ ਸੈਕਿੰਡ ਸੋਡੀਅਮ ਬਾਈਕਾਰਬੋਨੇਟ ਨਾਲ ਰਿਐਕਟ ਕਰਾਂਗੇ, ਸੇਮ ਸਾਲਟ ਪਲੱਸ ਵਾਟਰ ਪਲੱਸ ਕਾਰਬਨ ਡਾਈਆਕਸਾਈਡ ਸਾਡੇ ਕੋਲ ਬਣੂਗੀ। ਅਤੇ ਜਿਹੜੀ ਗੈਸ ਅਸੀਂ ਪਾਸ ਆਊਟ ਕੀਤੀ ਹੈ, ਜਿਹੜੀ ਰਿਲੀਜ਼ ਹੋਈ ਹੈ ਇੱਥੇ ਇਹਦੇ ਦੌਰਾਨ, ਉਹ ਇਹ ਲਾਈਮ ਵਾਟਰ 'ਚ ਹੀ ਅਸੀਂ ਪਾਸ ਆਊਟ ਕੀਤੀ। ਇਟ ਬਿਕਮਸ ਮਿਲਕੀ, ਵਾਈਟ PPT ਫਾਰਮ ਹੋ ਗਏ ਅਲੋਂਗ ਵਿਦ ਵਾਟਰ। ਸੋ ਫਰਦਰ ਇਫ ਵੀ ਪਾਸ ਐਕਸੈਸ ਆਫ ਕਾਰਬਨ ਡਾਈਆਕਸਾਈਡ ਫਰੋਮ ਦਿਸ ਸੋਲਿਊਸ਼ਨ, ਇਹ ਜਿਹੜੀ ਉਸ ਰਿਐਕਸ਼ਨ ਦੀ ਪ੍ਰੋਡਕਟ ਸੀ ਉਹਦੇ 'ਚ ਹੀ ਹੋਰ ਕਾਰਬਨ ਡਾਈਆਕਸਾਈਡ ਪਾਸ ਆਊਟ ਕਰਦੀ, ਇਟ ਬਿਕਮਸ ਕੈਲਸ਼ੀਅਮ ਬਾਈਕਾਰਬੋਨੇਟ। ਅਤੇ ਇਹ ਜਿਹੜਾ ਕੰਪਾਊਂਡ ਬਣਿਆ ਇਹ ਵਾਟਰ ਦੇ ਵਿੱਚ ਕੀ ਹੈ, ਸੋਲੂਬਲ ਹੈ। ਸੋ ਲਾਈਮਸਟੋਨ, ਚੌਕ, ਮਾਰਬਲ, ਇਹ ਡਿਫਰੈਂਟ ਫਾਰਮਸ ਨੇ ਕੈਲਸ਼ੀਅਮ ਕਾਰਬੋਨੇਟ ਦੀਆਂ। ਹੁੰਦੀ ਕੈਲਸ਼ੀਅਮ ਕਾਰਬੋਨੇਟ ਹੀ ਹੈ ਬਟ ਡਿਫਰੈਂਟ ਫਾਰਮਸ ਨੇ। ਸੋ ਆਲ ਮੈਟਲ ਕਾਰਬੋਨੇਟਸ ਐਂਡ ਬਾਈਕਾਰਬੋਨੇਟਸ ਔਰ ਹਾਈਡਰੋਜਨ ਕਾਰਬੋਨੇਟਸ ਰਿਐਕਟ ਵਿਦ ਐਸਿਡ ਟੂ ਗਿਵ ਸਾਲਟ, ਕਾਰਬਨ ਡਾਈਆਕਸਾਈਡ ਐਂਡ ਵਾਟਰ। ਸੋ ਇਹ ਤਿੰਨੋਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਦੇ ਨੇ। ਕਿਹੜੀ ਗੈਸ ਰਿਲੀਜ਼ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਜਦੋਂ ਅਸੀਂ ਡਾਇਰੈਕਟਲੀ ਐਸਿਡ ਨੂੰ ਮੈਟਲ ਨਾਲ ਰਿਐਕਟ ਕਰਾਇਆ ਸੀ ਉਹਨੇ ਹਾਈਡਰੋਜਨ ਗੈਸ ਦਿੱਤੀ ਸੀ। ਜਦੋਂ ਅਸੀਂ ਮੈਟਲ ਦੇ ਸਾਲਟ ਨਾਲ ਰਿਐਕਟ ਕਰਾਇਆ ਐਸਿਡ ਦੇ ਨਾਲ ਤਾਂ ਸਾਡੇ ਕੋਲ ਸਾਲਟ ਬਣਿਆ, ਅਤੇ ਕਿਹੜੀ ਗੈਸ ਰਿਲੀਜ਼ ਹੋਈ ਹੈ? ਕਾਰਬਨ ਡਾਈਆਕਸਾਈਡ। ਇਹਨੂੰ ਅਸੀਂ ਆਇਡੈਂਟੀਫਾਈ ਕਿਵੇਂ ਕੀਤਾ? ਅਸੀਂ ਇਹਨੂੰ ਲਾਈਮ ਵਾਟਰ ਦੇ ਵਿੱਚ ਦੀ ਜਦੋਂ ਪਾਸ ਆਊਟ ਕੀਤਾ, ਇਟ ਬਿਕਮਸ ਮਿਲਕੀ, ਦੁਧੀਆ ਹੋ ਗਿਆ, ਵਾਈਟ PPT ਬਣ ਗਈ। ਉਹ ਤੋਂ ਸਾਨੂੰ ਆਈਡੀਆ ਹੋ ਗਿਆ ਕਿ ਕਿਹੜੀ ਗੈਸ ਰਿਲੀਜ਼ ਹੋਈ ਹੈ? ਕਾਰਬਨ ਡਾਈਆਕਸਾਈਡ। Clear? So if you guys have any query up to this topic, you can call me. Thank you.